गौड़ी कबीर जी संध्या प्रात इस्नान कराही ज्यों पै दादुर पानी माही। ਸੰਧਿਆ ਪ੍ਰਾਤ ਦਾ ਮਤਲਬ ਸ਼ਾਮ ਵੇਲੇ ਔਰ ਸਵੇਰ ਵੇਲੇ। ਸੰਧਿਆ ਦਾ ਮਤਲਬ ਸ਼ਾਮ ਵੇਲੇ, ਪ੍ਰਾਤ ਦਾ ਮਤਲਬ ਪ੍ਰਾਤः ਸਵੇਰ ਵੇਲੇ। ਇਸ਼ਨਾਨ ਕਰਾਹੀ ਦਾ ਮਤਲਬ ਇਸ਼ਨਾਨ ਕਰਦੇ ਨੇ। ਜੋ ਮਨੁੱਖ ਸਵੇਰੇ ਔਰ ਸ਼ਾਮ ਨੂੰ ਦੋਵੇਂ ਵੇਲੇ ਇਸ਼ਨਾਨ ਕਰਦੇ ਨੇ। ਬਾਹਰੀ ਤੌਰ ਤੇ ਇਸ਼ਨਾਨ ਦੀ ਗੱਲ ਹੋ ਰਹੀ ਹੈ, ਤੀਰਥਾਂ ਤੇ ਨਹਾਉਣਾ ਜਾਂ ਸ਼ਾਮ ਸਵੇਰੇ ਇਸ਼ਨਾਨ ਕਰਨਾ, ਤੇ ਲੋਕ ਇਸ ਨੂੰ ਧਰਮ ਦਾ ਕੰਮ ਸਮਝ ਲੈਂਦੇ ਨੇ ਔਰ ਇਹ ਸੋਚਦੇ ਹਨ ਕਿ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਸ਼ਾਇਦ ਸਾਡੇ ਪਾਪ ਧੁੱਪ ਜਾਣਗੇ ਔਰ ਅਸੀਂ ਮੁਕਤ ਹੋ ਜਾਵਾਂਗੇ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਹਨ ਕਿ ਨਿਰਾ ਇਸ਼ਨਾਨ ਕਰਨ ਦੇ ਨਾਲ ਤੁਹਾਡੇ ਤਨ ਦੀ ਸਫਾਈ ਹੋਏਗੀ, ਤੁਹਾਡੇ ਮਨ ਔਰ ਕਰਮਾਂ ਦੀ ਨਹੀਂ। ਤਾਂ ਕਬੀਰ ਜੀ ਬਚਨ ਕਰਦੇ ਨੇ, ਜਿਉਂ ਭੈ ਦਾਦੁਰ ਪਾਣੀ ਮਾਹੀ। ਭੈ ਦਾ ਮਤਲਬ ਹੁੰਦੇ ਨੇ, ਦਾਦੁਰ ਦਾ ਮਤਲਬ ਡੱਡੂ। ਲੋਕ ਇਹ ਸਮਝਦੇ ਨੇ ਕਿ ਇਸ਼ਨਾਨ ਕਰਕੇ ਅਸੀਂ ਪਵਿੱਤਰ ਹੋ ਗਏ ਹਾਂ, ਪਰ ਉਹ ਇੰਜ ਨੇ ਜਿਵੇਂ ਪਾਣੀ ਦੇ ਵਿੱਚ ਡੱਡੂ ਵਸ ਰਹੇ ਨੇ। ਨਿਰਾ ਇਸ਼ਨਾਨ ਕਰਕੇ ਜੋ ਆਪਣੇ ਆਪ ਨੂੰ ਪਵਿੱਤਰ ਸਮਝਦਾ ਹੈ, ਲੇਕਿਨ ਉਹਦੀ ਸੋਚ ਮਾੜੀ ਹੈ, ਬੋਲ ਬਾਣੀ ਮਾੜੀ ਹੈ, ਬਿਹੇਵੀਅਰ ਮਾੜਾ ਹੈ, ਤਾਂ ਕਬੀਰ ਜੀ ਕਹਿੰਦੇ ਨੇ ਉਹ ਲੋਕ ਇੰਜ ਨੇ ਜਿਵੇਂ ਪਾਣੀ ਦੇ ਵਿੱਚ ਡੱਡੂ ਨੇ। ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇ, ਜੈਸੇ ਮੇਂਢਕ ਤੈਸੇ ਉਇਨਰ ਫਿਰ ਫਿਰ ਜੂਨੀ ਆਵੇ। ਗੁਰਦੇਵ ਨੇ ਪਾਵਨ ਬਾਣੀ ਵਿੱਚ ਹੋਰ ਥਾਂ ਵੀ ਬਚਨ ਕੀਤਾ ਹੈ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾ ਲੱਥੀ ਨਾਤਿਆਂ ਦੋਏ ਪਾ ਚੜੀਐਸ ਹੋਰ, ਬਾਹਰ ਧੋਤੀ ਤੂੰਬੜੀ ਅੰਦਰ ਵਿਸ਼ ਨਿਕੋਰ, ਸਾਧ ਭਲੇ ਅਨਨਾਤਿਆਂ ਚੋਰ ਸੇ ਚੋਰਾ ਚੋਰ। ਜਿਵੇਂ ਕੌੜੇ ਕੱਦੂ ਨੂੰ ਜੇ ਅਨੇਕਾਂ ਤੀਰਥਾਂ ਦੇ ਵਿੱਚ ਵੀ ਧੋ ਲਿਆ ਜਾਏ ਤਾਂ ਪਾਣੀ ਦੇ ਵਿੱਚ ਡੁਬਕੀਆਂ ਲਵਾਉਣ ਦੇ ਨਾਲ ਕੱਦੂ ਦੀ ਅੰਦਰ ਦੀ ਕੁੜੱਤਣ ਕਦੇ ਵੀ ਖਤਮ ਨਹੀਂ ਹੁੰਦੀ। ਇਸੇ ਤਰ੍ਹਾਂ ਸਿਰਫ ਪਾਣੀ ਦਾ ਇਸ਼ਨਾਨ ਕਰਨ ਦੇ ਨਾਲ ਸਾਡਾ ਤਨ ਸਾਫ਼ ਹੁੰਦਾ ਹੈ, ਤਨ ਅਰੋਗ ਰਹਿੰਦਾ ਹੈ। ਇਹਦੇ ਨਾਲ ਮਨ ਦੀ ਮੈਲ, ਵਿਕਾਰਾਂ ਦੀ ਮੈਲ, ਮਾਨਸਿਕਤਾ ਦੀ ਮੈਲ ਨਹੀਂ ਉਤਰਦੀ। ਤਾਂ ਜਿਹੜੇ ਲੋਕ ਕੇਵਲ ਨਹਾ ਕੇ ਆਪਣੇ ਆਪ ਨੂੰ ਪਵਿੱਤਰ ਸਮਝ ਲੈਂਦੇ ਨੇ, ਉਹ ਇੰਜ ਨੇ ਜਿਵੇਂ ਪਾਣੀ ਦੇ ਵਿੱਚ ਡੱਡੂ ਨੇ। ਜਉ ਪੈ ਰਾਮ ਰਾਮ ਰਤ ਨਾਹੀ। ਜਉ ਪੈ ਦਾ ਮਤਲਬ ਹੈਗਾ ਜੇਕਰ। ਰਾਮ ਰਾਮ ਰਤ, ਰਤ ਦਾ ਮਤਲਬ ਪ੍ਰੀਤ। ਜੇਕਰ ਪ੍ਰਭੂ ਦੀ ਪ੍ਰੀਤ ਉਹਨਾਂ ਦੇ ਅੰਦਰ ਨਹੀਂ, ਜੇਕਰ ਬੰਦੇ ਦੇ ਅੰਦਰ ਪ੍ਰਭੂ ਦੀ ਪ੍ਰੀਤ ਨਹੀਂ, ਜੇ ਅੰਦਰ ਰੱਬੀ ਗੁਣ ਨਹੀਂ, ਰੱਬੀ ਗੁਣਾਂ ਦਾ ਪਿਆਰ ਨਹੀਂ ਹੈ, ਤੇ ਸਭ ਧਰਮ ਰਾਏ ਕਹਿ ਜਾਹੀ ਰਹਾਓ। ਤੇ ਸਭ ਦਾ ਮਤਲਬ ਉਹ ਸਾਰੇ। ਇੱਥੇ ਧਰਮ ਰਾਏ ਦਾ ਮਤਲਬ ਹੈ ਮੌਤ ਦਾ ਦੇਵਤਾ, ਆਤਮਕ ਮੌਤ। ਉਹ ਸਾਰੇ ਆਤਮਕ ਮੌਤ ਦੇ ਵਸ ਵਿੱਚ ਪੈਣਗੇ। ਜਿਹੜੇ ਲੋਕ ਸਿਰਫ ਤੀਰਥ ਇਸ਼ਨਾਨ ਆਦਿਕ ਦੇ ਨਾਲ ਆਪਣੇ ਆਪ ਨੂੰ ਪਵਿੱਤਰ ਸਮਝਦੇ ਨੇ, ਅੰਦਰ ਪ੍ਰਭੂ ਦੀ ਪ੍ਰੀਤ ਨਹੀਂ, ਅੰਦਰ ਰੱਬੀ ਗੁਣ ਨਹੀਂ, ਤਾਂ ਕਬੀਰ ਜੀ ਕਹਿੰਦੇ ਹਨ ਐਸੇ ਸਾਰੇ ਲੋਕ ਧਰਮ ਰਾਏ ਕੇ ਜਾਹੀ ਦਾ ਮਤਲਬ ਆਤਮਕ ਮੌਤ ਦੇ ਵਸ ਵਿੱਚ ਪੈ ਜਾਣਗੇ। ਉਹ ਆਤਮਕ ਮੌਤੇ ਮਰ ਜਾਣਗੇ, ਉਹਨਾਂ ਦੇ ਅੰਦਰੋਂ ਇਨਸਾਨੀਅਤ ਮੁੱਕ ਜਾਂਦੀ ਹੈ। ਕਾਇਆ ਰਤ ਬਹੁ ਰੂਪ ਰਚਾਹੀ। ਕਾਇਆ ਦਾ ਮਤਲਬ ਸਰੀਰ ਤੇ ਰਤ ਦਾ ਮਤਲਬ ਹੈ ਰਤੀ, ਪਿਆਰ, ਮੋਹ। ਬਹੁ ਰੂਪ ਦਾ ਮਤਲਬ ਕਈ ਰੂਪ, ਰਚਾਹੀ ਦਾ ਮਤਲਬ ਰਚਦੇ ਨੇ। ਕਈ ਮਨੁੱਖ ਸਰੀਰ ਦੇ ਮੋਹ ਵਿੱਚ, ਯਾਨੀ ਸਰੀਰ ਨੂੰ ਪਾਲਣ ਦੀ ਖਾਤਰ ਕਈ ਸਾਰੇ ਭੇਖ ਬਣਾਉਂਦੇ ਨੇ। ਹੁਣ ਕਈਆਂ ਨੇ ਤੇ ਇਸ਼ਨਾਨ ਕਰ ਲਿਆ, ਸਿਰਫ ਤੀਰਥ ਇਸ਼ਨਾਨ ਨੂੰ ਹੀ ਆਪਣਾ ਧਰਮ ਸਮਝ ਲਿਆ। ਕਈ ਸਾਰੇ ਲੋਕ ਬਹੁਤ ਸਾਰੇ ਭੇਸ਼ ਬਣਾਉਂਦੇ ਨੇ ਬਾਹਰ ਦੇ, ਲੰਬੇ ਚੋਲੇ ਪਾ ਲਏ, ਕਿਸੇ ਚਿੱਟੇ ਰੰਗ ਦਾ ਜਾਂ ਪੀਲੇ ਦਾ ਜਾਂ ਹਰੇ ਦਾ ਜਾਂ ਕਿਸੇ ਹੋਰ ਰੰਗ ਦਾ ਕੱਪੜਾ ਪਾ ਲਿਆ, ਜਾਂ ਵਿਸ਼ੇਸ਼ ਕਿਸਮ ਦਾ ਕੋਈ ਬਾਹਰਲਾ ਰੂਪ ਬਣਾ ਲਿਆ ਸਰੀਰ ਦਾ, ਧਾਰਮਿਕ ਚਿੰਨ੍ਹ ਧਾਰਨ ਕਰ ਲਏ। ਕਈ ਰੂਪ ਧਾਰਨ ਕਰਦੇ ਨੇ ਨਾ ਲੋਕ। ਇੱਥੇ ਇੱਕ ਰੂਪ ਦੀ ਗੱਲ ਨਹੀਂ, ਕਈ ਰੂਪ। ਕਾਇਆ ਰਤ ਬਹੁ ਰੂਪ ਰਚਾਹੀ, ਕੇਵਲ ਸਰੀਰਕ ਤੌਰ ਤੇ ਸਰੀਰ ਦੇ ਮੋਹ ਕਰਕੇ ਸਰੀਰ ਨੂੰ ਪਾਲਣ ਲਈ ਬਹੁਤ ਸਾਰੇ ਭੇਖ ਬਣਾਉਂਦੇ ਨੇ। ਤਿਨ ਕੋ ਦਇਆ ਸੁਪਨੇ ਪੀ ਨਾਹੀ। ਤਾਂ ਭਗਤ ਕਬੀਰ ਜੀ ਕਹਿੰਦੇ ਨੇ ਉਹਨਾਂ ਨੂੰ ਕਦੇ ਸੁਪਨੇ ਵਿੱਚ ਵੀ ਦਇਆ ਨਹੀਂ ਆਈ।
ਉਹਨਾਂ ਦਾ ਕਦੇ ਹਿਰਦਾ ਪਿੰਗਲਿਆ ਹੀ ਨਹੀਂ, ਉਹਨਾਂ ਦੇ ਅੰਦਰ ਕਦੇ ਮਨੁੱਖਤਾ ਵਾਸਤੇ ਪਿਆਰ ਨਹੀਂ ਜਾਗਿਆ। ਦੇਖੋ ਕਿੰਨੇ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਬਾਹਰੀ ਤੌਰ ਤੇ ਸਿਰਫ ਧਾਰਮਿਕ ਪਹਿਨਾਵੇ ਪਹਿਨੇ ਹੋਏ ਨੇ। ਗੱਲ ਸਾਰਿਆਂ ਦੀ ਨਹੀਂ, ਬਹੁ ਗਿਣਤੀਆਂ ਦੀ ਹੈ। ਤੇ ਉਹ ਬਹੁ ਗਿਣਤੀ ਲੋਕ ਧਰਮ ਦੇ ਨਾਮ ਤੇ ਆਮ ਲੋਕਾਂ ਦਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਕਰਦੇ ਨੇ। ਉਹਨਾਂ ਦੇ ਅੰਦਰ ਰੰਚਕ ਮਾਤਰ ਵੀ ਦਇਆ ਨਹੀਂ ਹੈ। ਧਰਮ ਦਾ ਬਾਣਾ ਪਾ ਕੇ ਉਹ ਕਿਵੇਂ ਲੋਕਾਂ ਨੂੰ ਲੁੱਟਦੇ ਨੇ। ਹਰ ਧਰਮ ਦੇ ਵਿੱਚ ਐਸੇ ਲੋਕ ਤੁਹਾਨੂੰ ਲੁਟੇਰੇ ਮਿਲ ਜਾਣਗੇ। ਕਿਵੇਂ ਔਰਤਾਂ ਦਾ ਸਰੀਰਕ ਔਰ ਮਾਨਸਿਕ ਸ਼ੋਸ਼ਣ ਕਰਦੇ ਨੇ। ਆਮ ਲੋਕਾਂ ਦਾ ਮਾਨਸਿਕ ਔਰ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ। ਔਰ ਉਹਨਾਂ ਦੇ ਮਨ ਦੇ ਅੰਦਰ ਦਇਆ ਨਹੀਂ ਹੈ, ਸਿਰਫ ਬਾਹਰੀ ਭੇਖ ਪਾ ਕੇ ਫਿਰ ਰਹੇ ਨੇ। ਆਪਣੇ ਮਾਂ-ਬਾਪ ਨੂੰ ਵੀ ਛੱਡ ਗਏ ਨੇ, ਆਪਣੇ ਫਰਜ਼ਾਂ ਨੂੰ ਉਹਨਾਂ ਨੇ ਨਹੀਂ ਨਿਭਾਇਆ। ਕਦੇ ਮਨ ਦੇ ਅੰਦਰ ਦਇਆ ਹੀ ਨਹੀਂ ਆਈ ਕਿ ਅਸੀਂ ਆਪਣੇ ਫਰਜ਼ਾਂ ਨੂੰ ਨਿਭਾਈਏ। ਜਾਂ ਇਸ ਦੁਨੀਆ ਦੇ ਅੰਦਰ ਕਿੰਨੇ ਸਾਰੇ ਲੋਕ ਬੇਘਰ ਨੇ, ਫੁੱਟਪਾਥਾਂ ਤੇ ਬੈਠੇ ਨੇ, ਅਸੀਂ ਕੁਛ ਉਹਨਾਂ ਦਾ ਸਹਿਯੋਗ ਕਰੀਏ। ਇਹੋ ਜੀ ਦਇਆ ਉਹਨਾਂ ਦੇ ਅੰਦਰ ਨਹੀਂ ਪੈਦਾ ਹੁੰਦੀ। ਕਦੇ ਉਹ ਮਨੁੱਖੀ ਹੱਕਾਂ ਵਾਸਤੇ ਨਹੀਂ ਖਲੋਂਦੇ। ਚਾਰ ਚਰਨ ਕਹੇ ਬਹੁ ਆਗਰ। ਆਗਰ ਦਾ ਮਤਲਬ ਸਿਆਣੇ ਪੁਰਸ਼, ਬਹੁਤ ਸਾਰੇ ਆਗੂ। ਇੱਥੇ ਚਾਰ ਚਰਨ ਦਾ ਜਿਹੜਾ ਨਾ ਦੋ ਤਿੰਨ ਕਿਸਮ ਦੇ ਨਾਲ ਅਰਥ ਕੀਤੇ ਨੇ। ਇਹਨੂੰ ਥੋੜਾ ਜਿਹਾ ਆਪਾਂ ਵਿਚਾਰ ਲੈਂਦੇ ਆ। ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਰ ਪੋਥੀਆਂ ਛਾਪੀਆਂ ਗਈਆਂ ਨੇ, ਸੰਥਿਆ ਪੋਥੀਆਂ, ਉਹਨਾਂ ਦੇ ਵਿੱਚ ਉਹ ਲਿਖਦੇ ਨੇ ਕਿ ਬਹੁਤ ਸਾਰੇ ਆਗੂ ਧਰਮ ਦੇ ਚਾਰ ਪੈਰ ਦੱਸਦੇ ਨੇ। ਧਰਮ ਦੇ ਚਾਰ ਪੈਰ ਇਹ ਮੰਨੇ ਜਾਂਦੇ ਨੇ: ਸੱਤਿਆ, ਤਪ, ਦਇਆ, ਦਾਨ। ਤੇ ਆਪਣਾ ਸ਼੍ਰੋਮਣੀ ਕਮੇਟੀ ਵਾਲੀਆਂ ਸੰਥਿਆ ਪੋਥੀਆਂ 'ਚ ਲਿਖਿਆ ਹੈ, ਪਰ ਵਿਸ਼ਨੂੰ ਪੁਰਾਣ ਵਿੱਚ ਧਰਮ ਦੇ ਚਾਰ ਪੈਰ ਇਉਂ ਦੱਸੇ ਨੇ: ਸੱਤਿਆ, ਯੱਗ, ਪੂਜਾ ਤੇ ਨਾਮ ਸਿਮਰਨ। ਇੱਥੇ ਭਾਵ ਇਹ ਹੈ ਕਿ ਮੁਖੀ ਲੋਕ ਇਹਨਾਂ ਕਰਮਾਂ ਦੀ ਵਿਚਾਰ ਤੇ ਕਥਨੀ ਵਿੱਚ ਫਸੇ ਰਹਿੰਦੇ ਨੇ। ਇਸ ਝਗੜੇ ਦੇ ਸਮੁੰਦਰ ਵਿੱਚ ਕੇਵਲ ਸਾਧੂ ਲੋਕ ਅਸਲ ਸੁੱਖ ਮਾਣਦੇ ਨੇ। ਦੂਜਾ ਅਰਥ ਕੀਤਾ ਹੈ ਮਨਮੋਹਨ ਸਿੰਘ ਜੀ ਨੇ। ਉਹ ਕਹਿੰਦੇ ਨੇ, ਅਨੇਕਾਂ ਸਿਆਣੇ ਬੰਦੇ ਆਖਦੇ ਨੇ ਕਿ ਪੁਰਸ਼ ਚਾਰ ਪੈਰ ਵਾਲੇ ਹੈਵਾਨ ਨੇ। ਚਾਰ ਚਰਨ ਦਾ ਮਤਲਬ ਚਾਰ ਪੈਰਾਂ ਵਾਲੇ ਹੈਵਾਨ ਨੇ। ਪਰ ਭਾਈ ਸਾਹਿਬ ਸਿੰਘ ਜੀ ਇਹਦਾ ਅਰਥ ਕਰ ਰਹੇ ਨੇ, ਚਾਰ ਚਰਨ ਦਾ ਮਤਲਬ ਚਾਰ ਵੇਦ। ਕਹਿਣ ਦਾ ਮਤਲਬ ਉਚਾਰਦੇ ਨੇ, ਪੜ੍ਹਦੇ ਨੇ। ਬਹੁ ਦਾ ਮਤਲਬ ਬਹੁਤੇ, ਆਗਰ ਦਾ ਮਤਲਬ ਸਿਆਣੇ ਮਨੁੱਖ। ਬਹੁਤੇ ਸਿਆਣੇ ਮਨੁੱਖ ਚਾਰ ਵੇਦ ਆਦਿਕ ਧਰਮ ਪੁਸਤਕਾਂ ਹੀ ਨਿਰਾ ਪੜ੍ਹਦੇ ਨੇ, ਸਿਰਫ ਪੜ੍ਹਦੇ ਨੇ, ਉਹਦੇ ਤੇ ਅਮਲ ਨਹੀਂ ਕਰਦੇ। ਸਾਧੂ ਸੁਖ ਪਾਵੇਂ ਕਲ ਸਾਗਰ। ਪਰ ਭਗਤ ਕਬੀਰ ਜੀ ਕਹਿੰਦੇ ਨੇ, ਸਾਧੂ ਦਾ ਮਤਲਬ ਜਿਹੜੇ ਸਚਿਆਰ ਪੁਰਸ਼ ਨੇ। ਕਲ ਸਾਗਰ ਦਾ ਮਤਲਬ ਜੋ ਝਗੜਿਆਂ ਦਾ ਸੰਸਾਰ ਸਮੁੰਦਰ ਹੈ, ਜਿੱਥੇ ਨਿਰੇ ਝਗੜੇ ਹੀ ਝਗੜੇ ਨੇ। ਕਲ ਕਲੇਸ਼ ਹੈ, ਜਿੱਥੇ ਜੀਵਨ ਦੇ ਵਿੱਚ ਪਾਪ ਔਰ ਵਿਕਾਰ ਨੇ। ਤਾਂ ਇਸ ਸਮੁੰਦਰ ਵਿੱਚ ਜਿਹੜੇ ਸਚਿਆਰ ਜਨ ਨੇ ਉਹ ਅਸਲ ਸੁਖ ਮਾਣਦੇ ਨੇ। ਜਿਹੜੇ ਵੇਦ ਸ਼ਾਸਤਰਾਂ ਨੂੰ ਵੀ ਨਿਰਾ ਪੜ੍ਹਦੇ ਨੇ, ਜੇ ਉਹਨਾਂ ਦੇ ਅੰਦਰ ਇਨਸਾਨੀਅਤ ਨਹੀਂ ਹੈ ਤਾਂ ਉਹ ਧਰਮ ਪੁਸਤਕਾਂ ਪੜ੍ਹਨ ਦੇ ਨਾਲ ਕੋਈ ਲਾਭ ਨਹੀਂ ਹੋਣ ਵਾਲਾ। ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ। ਤਾਂ ਨਿਰੇ ਪੜ੍ਹਨ ਦੇ ਨਾਲ ਕੁਝ ਹੋਣ ਵਾਲਾ ਨਹੀਂ ਹੈ, ਜੇਕਰ ਬੰਦਾ ਅਮਲੀ ਜ਼ਿੰਦਗੀ ਨਹੀਂ ਜੀਂਦਾ। ਜਿਵੇਂ ਹੁਣ ਅਸੀਂ ਪਾਵਨ ਬਾਣੀ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਤਾਂ ਜੇ ਅਸੀਂ ਪਾਵਨ ਬਾਣੀ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਨਹੀਂ ਕਰਦੇ, ਜੇ ਅਸੀਂ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਤਾਂ ਪੜ੍ਹਨ ਦਾ ਕੋਈ ਲਾਭ ਨਾ ਹੋਇਆ। ਲਾਭ ਤੇ ਤਾਂ ਹੈ ਜੇ ਅਸੀਂ ਉਹ ਕੰਮ ਕਰਕੇ ਪ੍ਰਭੂ ਵਿੱਚ ਰਲ ਜਾਈਏ। ਹੁਣ ਗੁਰੂ ਜੀ ਕਹਿਣ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਅਸੀਂ ਇਸ ਚੀਜ਼ ਤੇ ਅਮਲ ਹੀ ਨਾ ਕਰੀਏ। ਜਾਂ ਗੁਰੂ ਜੀ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ, ਅਸੀਂ ਹੁਕਮ ਰਜ਼ਾਈ ਚੱਲੀਏ ਹੀ ਨਾ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਅਸੀਂ ਪੜ੍ਹੀ ਤੇ ਜਾਈਏ ਪਰ ਅਮਲ ਨਾ ਕਰੀਏ, ਤਾਂ ਫਿਰ ਸਾਨੂੰ ਮਾਨਸਿਕ ਸ਼ਾਂਤੀ ਨਹੀਂ ਮਿਲੇਗੀ। ਕਹੋ ਕਬੀਰ ਬਹੁ ਕਾਏ ਕਰੀਜੈ। ਬਹੁ ਕਾਏ ਕਰੀਜੇ ਦਾ ਮਤਲਬ ਬਹੁਤੀਆਂ ਵਿਚਾਰਾਂ ਕਾਹਦੇ ਲਈ ਕਰੀਏ, ਯਾਨੀ ਬਹੁਤੀਆਂ ਵਿਚਾਰਾਂ ਕਰਨ ਦਾ ਕੋਈ ਫਾਇਦਾ ਨਹੀਂ, ਮੁੱਕਦੀ ਗੱਲ। ਕਬੀਰ ਜੀ ਕਹਿੰਦੇ ਨੇ ਕਿ ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ, ਬਹੁਤੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ। ਸਰਬਸ ਛੋੜ ਮਹਾ ਰਸ ਪੀਜੈ। ਸਰਬਸ ਦਾ ਮਤਲਬ ਸਾਰਾ ਕੁਝ, ਜਿੰਨੇ ਵੀ ਆਪਾਪ ਵਿਕਾਰ ਨੇ,
ਜਿੰਨੇ ਵੀ ਬਾਹਰੀ ਰੂਪ ਧਾਰਨ ਕਰਨੇ ਨੇ, ਤੀਰਥਾਂ ਆਦਿਕ ਦੇ ਇਸ਼ਨਾਨ ਨੇ, ਜਿੰਨੇ ਵੀ ਕਰਮ ਕਾਂਡ ਔਰ ਪਾਪ ਵਿਕਾਰ ਨੇ, ਇਹ ਸਾਰਾ ਕੁਝ ਛੱਡ ਕੇ ਮਹਾਰਸ ਪੀਜੇ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ ਦਾ ਮਹਾਨ ਰਸ ਪੀਣਾ ਚਾਹੀਦਾ ਹੈ। ਯਾਨੀ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਕੇ ਆਪਣੇ ਜੀਵਨ ਨੂੰ ਅੰਮ੍ਰਿਤਮਈ ਬਣਾਉਣਾ ਚਾਹੀਦਾ ਹੈ। ਆਪਣੇ ਜੀਵਨ ਦੇ ਅੰਦਰ ਰਸ ਪੈਦਾ ਕਰਨਾ ਚਾਹੀਦਾ ਹੈ। ਕਬੀਰ ਜੀ ਗੌੜੀ, ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ। ਕਿਆ ਦਾ ਮਤਲਬ ਕਾਹਦਾ, ਕਾਹਦੇ ਲਈ, ਕਿਸ ਅਰਥ, ਕਿਸ ਭਾਅ, ਕੀ ਫਾਇਦਾ। ਕਿਆ ਜਪ, ਜਪ ਕਰਨ ਦਾ ਕੀ ਲਾਭ ਹੈ, ਕੋਈ ਵੀ ਨਾ। ਤਪ ਕਰਨ ਦਾ ਕੀ ਫਾਇਦਾ, ਕੋਈ ਵੀ ਨਾ। ਕਿਆ ਬ੍ਰਤ ਪੂਜਾ, ਵਰਤ ਰੱਖਣ ਦਾ ਕੀ ਫਾਇਦਾ, ਕੋਈ ਵੀ ਨਾ। ਪੂਜਾ ਕਰਨ ਦਾ ਕੀ ਲਾਭ, ਕੋਈ ਵੀ ਨਾ। ਜਾਂ ਕੈ ਹਿਰਦੈ ਭਾਉ ਹੈ ਦੂਜਾ। ਜੇ ਮਨੁੱਖ ਦੇ ਹਿਰਦੇ ਦੇ ਅੰਦਰ ਦ્વੈਤ ਭਾਵ ਹੈ, ਇੱਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ ਹੈ, ਜੇ ਬੰਦਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ, ਮੇਰ ਤੇਰ ਦੇ ਵਿਤਕਰੇ ਨੇ, ਊਚ ਨੀਚ ਦੇ ਵਿਤਕਰੇ ਨੇ, ਤਾਂ ਫਿਰ ਇਹ ਜਪ ਤਪ ਦਾ ਲਾਭ ਕੀ ਹੋਇਆ। ਜਪ ਦਾ ਮਤਲਬ ਹੁੰਦਾ ਹੈ ਕਿਸੇ ਇੱਕ ਸ਼ਬਦ ਨੂੰ, ਇੱਕ ਮੰਤਰ ਨੂੰ ਬਾਰ-ਬਾਰ ਜਪੀ ਜਾਣਾ। ਬਾਰ-ਬਾਰ ਜਪੀ ਜਾਣਾ ਇੱਕ ਸ਼ਬਦ ਨੂੰ, ਇੱਕ ਮੰਤਰ ਨੂੰ। ਜਿਵੇਂ ਤੰਤਰ ਸ਼ਾਸਤਰ ਵਿੱਚ ਹੈ ਕਿ ਇਸ ਮੰਤਰ ਨੂੰ ਇੰਨੀ ਵਾਰੀ ਜਪੋਗੇ ਤੇ ਕੋਈ ਦੇਵਤਾ ਪ੍ਰਗਟ ਹੋਵੇਗਾ, ਜਾਂ ਹੋਰ ਹਰ ਬੰਦੇ ਦੀ ਆਪਣੀ ਆਪਣੀ ਮਨੌਤ ਹੁੰਦੀ ਹੈ। ਜਪ ਦਾ ਮਤਲਬ ਹੁੰਦਾ ਹੈ ਕਿਸੇ ਇੱਕ ਸ਼ਬਦ ਨੂੰ ਬਾਰ-ਬਾਰ ਜਪੀ ਜਾਣਾ। ਤਪ ਦਾ ਮਤਲਬ ਹੁੰਦਾ ਹੈ ਤਪੱਸਿਆ ਕਰਨੀ, ਤੇ ਤਪੱਸਿਆ ਦਾ ਮਤਲਬ ਹੈ ਤਨ ਨੂੰ ਕਸ਼ਟ ਦੇਣਾ। ਜਿਵੇਂ ਕਈ ਚਾਰ ਚਫੇਰੇ ਧੂਣੀਆਂ ਅੱਗ ਦੀਆਂ ਬਾਲ ਕੇ ਵਿੱਚ ਬਹਿ ਜਾਂਦੇ ਨੇ, ਕੋਈ ਜਲ ਧਾਰਾ ਕਰਦਾ ਹੈ, ਕੋਈ ਉਲਟਾ ਸਿੱਧਾ ਲਟਕਦਾ ਹੈ। ਬ੍ਰਤ ਦਾ ਮਤਲਬ ਵਰਤ ਰੱਖਣਾ, ਤੇ ਪੂਜਾ ਦਾ ਮਤਲਬ ਹੈ ਕਿਸੇ ਮੂਰਤੀ ਆਦਿਕ ਦੀ ਪੂਜਾ ਕਰਨੀ। ਤਾਂ ਕਬੀਰ ਜੀ ਕਹਿੰਦੇ ਨੇ, ਉਸ ਮਨੁੱਖ ਦਾ ਜਪ ਕਰਨਾ ਕਿਸ ਭਾ, ਉਹਦਾ ਤਪ ਕਿਸ ਅਰਥ, ਉਹਦੇ ਵਰਤ ਤੇ ਪੂਜਾ ਕਿਹੜੇ ਅਰਥ ਨੇ, ਜਿਹਦੇ ਹਿਰਦੇ ਦੇ ਅੰਦਰ, ਜਿਹਦੀ ਸੋਚ ਦੇ ਅੰਦਰ ਦ્વੈਤ ਭਾਵ ਹੈ, ਮੇਰ ਤੇਰ ਦੇ ਵਿਤਕਰੇ ਨੇ। ਇਸ ਲਈ ਭਗਤ ਕਬੀਰ ਜੀ ਸੰਸਾਰ ਦੇ ਪ੍ਰਾਣੀ ਮਾਤਰ ਨੂੰ ਇੱਕ ਚੰਗੀ ਸੇਧ ਦੇ ਰਹੇ ਨੇ, ਤੇ ਕਹਿੰਦੇ ਨੇ ਰੇ ਜਨ ਮਨ ਮਾਧੋ ਸਿਉ ਲਾਈਐ। ਰੇ ਜਨ ਦਾ ਮਤਲਬ ਹੈ ਭਾਈ, ਆਪਣਾ ਜੋ ਮਨ ਹੈ ਉਹ ਪ੍ਰਭੂ ਨਾਲ ਜੋੜਨਾ ਚਾਹੀਦਾ ਹੈ। ਆਪਣੀ ਸੋਚ ਰੱਬ ਨਾਲ ਜੋੜਨੀ ਚਾਹੀਦੀ ਹੈ। ਮਨ ਦੇ ਅੰਦਰ ਰੱਬੀ ਗੁਣ ਹੋਣੇ ਚਾਹੀਦੇ ਨੇ। ਸੁਰਤ ਨੂੰ ਪ੍ਰਭੂ ਦੇ ਗੁਣਾਂ ਦੇ ਨਾਲ ਜੋੜਨਾ ਚਾਹੀਦਾ ਹੈ। ਚਤੁਰਾਈ ਨਾ ਚਤੁਰ ਪੁਜ ਪਾਈਐ। ਚਤੁਰ ਪੁਜ ਦਾ ਮਤਲਬ ਪ੍ਰਭੂ, ਚਤੁਰਾਈ ਦਾ ਮਤਲਬ ਸਿਆਣਪਾਂ ਦੇ ਨਾਲ, ਚਲਾਕੀਆਂ ਦੇ ਨਾਲ। ਭਗਤ ਕਬੀਰ ਜੀ ਕਹਿੰਦੇ ਨੇ ਚਤੁਰਾਈਆਂ ਦੇ ਨਾਲ ਕਦੇ ਰੱਬ ਨਹੀਂ ਮਿਲਦਾ। ਮਨ ਲਾਣਾ ਚਾਹੀਦਾ ਹੈ, ਮਨ ਕਰਕੇ ਦਿਲੀ ਪਿਆਰ ਦੇ ਨਾਲ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਦਿਲੀ ਪਿਆਰ ਨਾਲ ਰੱਬੀ ਰਜਾ ਵਿੱਚ ਤੁਰਨਾ ਚਾਹੀਦਾ ਹੈ। ਚਲਾਕੀਆਂ ਦੇ ਨਾਲ ਰੱਬ ਨਹੀਂ ਮਿਲਦਾ ਕਿ ਉਤੋਂ ਉਤੋਂ ਧਾਰਮਿਕ ਭੇਸ਼ ਬਣਾ ਲਓ, ਉਤੋਂ ਉਤੋਂ ਰੱਬ ਦੀਆਂ ਧਰਮ ਦੀਆਂ ਗੱਲਾਂ ਕਰੀ ਜਾਓ, ਲੇਕਿਨ ਅੰਦਰ ਝੂਠ ਔਰ ਫਰੇਬ ਹੋਵੇ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਵੇ। ਐਵੇਂ ਰੱਬ ਨੂੰ ਨਹੀਂ ਪਾਇਆ ਜਾਂਦਾ। ਰਹਾਓ, ਪਰ ਹਰ ਲੋਭ ਅਰ ਲੋਕਾਚਾਰ। ਜੇ ਜੀਵਨ ਵਿੱਚ ਮਹਾਨਤਾ ਚਾਹੁੰਦਾ ਹੈ, ਜੇ ਤੂੰ ਪ੍ਰਭੂ ਦਾ ਪਿਆਰ ਲੋਚਦਾ ਹੈ, ਤਾਂ ਪਰ ਹਰ ਲੋਭ, ਤਾਂ ਹੈ ਭਾਈ ਲਾਲਚ ਤਿਆਗ। ਅਰ ਲੋਕਾਚਾਰ ਦਾ ਮਤਲਬ ਲੋਕ ਪਤਿਆਵੇ ਵਾਲੇ ਕੰਮ, ਲੋਕਾਂ ਨੂੰ ਵਿਖਾਉਣ ਵਾਲੇ ਕੰਮ, ਲੋਕ ਵਿਖਾਵਾ। ਇਹ ਲੋਕ ਵਿਖਾਵੇ ਦੇ ਕੰਮ ਤਿਆਗ ਦੇ। ਲੋਕ ਵਿਖਾਵਾ ਛੱਡ, ਲੋਕਾਚਾਰੀ ਛੱਡ, ਲੋਕ ਵਿਖਾਵੇ ਦੇ ਕੰਮਾਂ ਦਾ ਤਿਆਗ ਕਰ ਤੇ ਲੋਭ ਨੂੰ ਤਿਆਗ। ਤੁਸੀਂ ਵੇਖਿਆ ਹੋਵੇਗਾ ਕਈ ਵਾਰ ਕਿਸੇ ਧਰਮ ਸਥਾਨ ਵਿੱਚ ਜਾਈਏ ਜਾਂ ਸਭਾ ਸੁਸਾਇਟੀ ਦੇ ਵਿੱਚ, ਤੇ ਕਈ ਲੋਕ ਨਾ ਮਾਲਾ ਲੈ ਕੇ ਅੱਗੇ ਬਹਿ ਕੇ ਮਾਲਾ ਫੇਰਨਗੇ। ਉਹ ਸਿਰਫ ਵਿਖਾਵਾ ਹੈ। ਕਬੀਰ ਜੀ ਦਾ ਪਾਵਨ ਬਚਨ ਵੀ ਹੈ ਨਾ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੇ ਰਾਮ ਨਾ ਚੇਤਹੀ, ਇਹ ਜਪਨੀ ਕਿਆ ਹੋਏ। ਇਹ ਵਿਖਾਵੇ ਦਾ ਕੰਮ ਕੀ ਤੇਰਾ ਸਵਾਰੇਗਾ। ਰੱਬ ਤਾਂ ਤੇਰੀ ਸੋਚ ਅੰਦਰ ਚਾਹੀਦਾ ਸੀ। ਰੱਬੀ ਗੁਣ ਤਾਂ ਤੇਰੇ ਬਿਹੇਵੀਅਰ ਵਿੱਚ ਚਾਹੀਦੇ ਨੇ, ਤੇਰੇ ਬੋਲਾਂ ਵਿੱਚ ਚਾਹੀਦੇ ਨੇ, ਤੇਰੀ ਸੋਚ ਵਿੱਚ ਚਾਹੀਦੇ ਨੇ। ਨਾ ਸੋਚ ਵਿੱਚ ਰੱਬੀ ਗੁਣ ਨੇ, ਨਾ ਬੋਲਾਂ ਵਿੱਚ, ਨਾ ਬਿਹੇਵੀਅਰ ਵਿੱਚ, ਤੇ ਵੇ ਲੋਕ ਵਿਖਾਵਾ ਕਾਹਦੇ ਲਈ। ਧਾਰਮਿਕ ਜਿਹੜੇ ਪਹਿਨਾਵੇ ਨੇ, ਇਹਦਾ ਤੈਨੂੰ ਕੋਈ ਲਾਭ ਨਹੀਂ। ਇਹਨਾਂ ਦਾ ਤਿਆਗ ਕਰ, ਲੋਭ ਨੂੰ ਤਿਆਗ, ਲੋਕ ਵਿਖਾਵਾ ਤਿਆਗ।
ਪਰ ਹਰ ਕਾਮ ਕ੍ਰੋਧ ਅਹੰਕਾਰ, ਕਾਮ ਕ੍ਰੋਧ ਔਰ ਅਹੰਕਾਰ ਨੂੰ ਛੱਡ। ਕਾਮ ਨੂੰ ਤਿਆਗਣ ਦਾ ਮਤਲਬ ਹੈ ਕਿ ਆਪਣੀ ਔਰਤ ਤੋਂ ਬਿਨਾ ਹਰ ਔਰਤ ਨੂੰ ਧੀ, ਭੈਣ ਔਰ ਮਾਂ ਦੇ ਰੂਪ ਵਿੱਚ ਵੇਖ। ਆਪਣੀ ਜ਼ਿੰਦਗੀ ਚੋਂ ਕ੍ਰੋਧ ਨੂੰ ਤਿਆਗ, ਆਪਣੇ ਜੀਵਨ ਚੋਂ ਅਹੰਕਾਰ ਨੂੰ ਤਿਆਗ, ਤਾਂ ਤੂੰ ਰੱਬ ਦਾ ਪਿਆਰਾ ਹੋਵੇਂਗਾ। ਕਰਮ ਕਰਤ ਬੱਧੇ ਅਹੰਮੇਵ, ਇਹਨੂੰ ਬਧੇ ਨਹੀਂ ਪੜਨਾ, ਬੱਧੇ। ਬੱਧੇ ਦਾ ਮਤਲਬ ਬੱਝੇ ਹੋਏ। ਕਰਮ ਕਰਤ ਦਾ ਮਤਲਬ ਕਰਮ ਕਾਂਡ ਕਰਦੇ ਆ। ਇੱਥੇ ਕਰਮ ਕਰਤ ਦਾ ਮਤਲਬ ਕਿਰਤ ਕਰਨਾ ਨਹੀਂ ਹੈ। ਕਰਮ ਦਾ ਮਤਲਬ, ਇੱਥੇ ਕਰਮ ਦਾ ਮਤਲਬ ਹੈ ਕਰਮ ਕਾਂਡ। ਮਿਥੀਆਂ ਹੋਈਆਂ ਜੋ ਧਾਰਮਿਕ ਰਸਮਾਂ ਨੇ, ਵਰਤ ਨਰਾਤੇ ਸਰਾਧ ਵਗੈਰਾ ਨੇ, ਤੀਰਥਾਂ ਤੇ ਨਹਾਉਣਾ ਹੈ, ਜਪ ਤਪ ਸੰਜਮ ਹੈ, ਜਾਂ ਤਿਆਗ ਕਰਕੇ ਜੰਗਲਾਂ ਵਿੱਚ ਵਿਚਰਨਾ ਹੈ, ਜਾਂ ਪੂਜਾ ਅਰਚਨਾ, ਇਹ ਸਾਰੇ ਕਰਮ ਕਾਂਡਾਂ ਦੀ ਗੱਲ ਹੈ। ਕਰਮ ਕਰਤ ਬੱਧੇ ਅਹੰਮੇਵ, ਮਨੁੱਖ ਮਿਥੀਆਂ ਹੋਈਆਂ ਧਾਰਮਿਕ ਰਸਮਾਂ ਕਰਦੇ ਕਰਦੇ ਹੰਕਾਰ ਵਿੱਚ ਬੱਝੇ ਪਏ ਨੇ। ਐਸੇ ਲੋਕਾਂ ਨੂੰ ਤੁਸੀਂ ਹੰਕਾਰ ਵਿੱਚ ਬੱਝੇ ਪਾਓਗੇ। ਜਿਵੇਂ ਕੋਈ ਤੀਰਥਾਂ ਤੇ ਜਾ ਰਿਹਾ ਹੈ, ਤਾਂ ਮੈਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਕਿ ਬੱਸ ਦੇ ਉੱਤੇ ਲਿਖਵਾਇਆ ਹੁੰਦਾ ਹੈ 11ਵੀਂ ਫ੍ਰੀ ਤੀਰਥ ਯਾਤਰਾ। ਬੰਦਾ ਪੁੱਛੇ ਵੀ ਤੀਰਥ ਯਾਤਰਾ ਤੇ ਜਾ ਰਹੇ ਹੋ ਤੇ ਬੈਨਰ ਲਾਉਣ ਦਾ ਕੀ ਫਾਇਦਾ? ਉਹ ਵੀ 11ਵੀਂ, ਯਾਨੀ ਪਿਛਲੀਆਂ ਵੀ 10 ਦੱਸੀਆਂ ਜਾ ਰਹੀਆਂ ਨੇ, ਐਡਵਰਟਾਈਜ਼ਮੈਂਟ। ਤਾਂ ਤੀਰਥਾਂ ਤੇ ਜਾ ਕੇ ਦਾਨ ਪੁੰਨ ਕਰਕੇ, ਯੱਗ ਹਵਨ ਕਰਕੇ ਬੰਦੇ ਦੇ ਅੰਦਰ ਹੰਕਾਰ ਹੀ ਵੱਧਦਾ ਹੈ ਕਿ ਮੈਂ ਇੰਨੇ ਪਾਠ ਕਰ ਲਏ, ਇੰਨੇ ਪਾਠ ਕਰਾ ਲਏ, ਇੰਨਾ ਦਾਨ ਕਰ ਲਿਆ, ਇੰਨਾ ਪੁੰਨ ਕਰ ਲਿਆ। ਤਾਂ ਕਬੀਰ ਜੀ ਕਹਿੰਦੇ ਨੇ, ਜੋ ਰੱਬੀ ਗੁਣਾਂ ਨੂੰ ਛੱਡ ਕੇ ਸਿਰਫ ਧਾਰਮਿਕ ਵਿਖਾਵੇ ਦੇ ਕਰਮ ਕਾਂਡ ਕਰ ਰਹੇ ਨੇ, ਉਹ ਹੰਕਾਰ ਦੇ ਵਿੱਚ ਬੱਝੇ ਹੋਏ ਨੇ। ਮਿਲ ਪਾਥਰ ਕੀ ਕਰਹੀ ਸੇਵ, ਮਿਲ ਦਾ ਮਤਲਬ ਮਿਲ ਕੇ, ਕਰਹੀ ਦਾ ਮਤਲਬ ਕਰਦੇ ਨੇ, ਔਰ ਰਲ ਕੇ ਪੱਥਰਾਂ ਦੀ ਪੂਜਾ ਕਰ ਰਹੇ ਨੇ, ਮੂਰਤੀਆਂ ਦੀ ਪੂਜਾ ਕਰ ਰਹੇ ਨੇ। ਇੱਕ ਗੱਲ ਯਾਦ ਰੱਖਣਾ, ਮੂਰਤੀ ਚਾਹੇ ਪੱਥਰ ਦੀ ਹੈ ਔਰ ਚਾਹੇ ਕਾਗਜ਼ ਦੀ ਹੈ, ਦੋਵੇਂ ਇੱਕ ਬਰਾਬਰ। ਮੂਰਤੀ ਪੂਜਾ ਹੀ ਹੈ। ਅਸੀਂ ਸਿਰਫ ਜਦੋਂ ਗੱਲ ਕਰਦੇ ਹਾਂ ਮੂਰਤੀ ਪੂਜਾ ਦੀ, ਤੇ ਸਿਰਫ ਸਾਡਾ ਖਿਆਲ ਹਿੰਦੂ ਵੀਰਾਂ ਵੱਲ ਜਾਂਦਾ ਹੈ। ਗੱਲ ਕੱਲੇ ਹਿੰਦੂ ਵੀਰਾਂ ਦੀ ਨਹੀਂ ਹੈ, ਗੱਲ ਉਹਨਾਂ ਸਿੱਖ ਅਖਵਾਨ ਵਾਲਿਆਂ ਦੀ ਵੀ ਹੈ, ਜਿਹੜੇ ਕਾਗਜ਼ਾਂ ਦੀਆਂ ਮੂਰਤੀਆਂ ਗੁਰੂਆਂ ਦੀਆਂ ਬਣਾ ਕੇ ਘਰ ਵਿੱਚ ਪੂਜ ਰਹੇ ਨੇ। ਕਿਉਂਕਿ ਉਹ ਸਾਡੀਆਂ ਜੋ ਤਸਵੀਰਾਂ ਨੇ ਉਹ ਵੀ ਡੁਪਲੀਕੇਟ ਨੇ। ਗੱਲ ਹੈਗੀ ਤਸਵੀਰ ਨੂੰ, ਮੂਰਤੀ ਨੂੰ ਪੂਜਣ ਦੀ, ਤਾਂ ਸਾਰੇ ਰਲ ਕੇ ਸਗੋਂ ਪੱਥਰਾਂ ਦੀ ਪੂਜਾ ਕਰ ਰਹੇ ਨੇ, ਮੂਰਤੀ ਦੀ ਪੂਜਾ ਕਰ ਰਹੇ ਨੇ, ਜੋ ਕਿ ਵਿਅਰਥ ਹੈ। ਕਹੋ ਕਬੀਰ ਭਗਤ ਕਰ ਪਾਇਆ। ਭਗਤ ਕਰ ਦਾ ਮਤਲਬ ਹੈ ਕਿ ਭਗਤੀ ਕਰਕੇ, ਰੱਬੀ ਗੁਣਾਂ ਦੇ ਧਾਰਨੀ ਹੋ ਕੇ। ਕਿਉਂਕਿ ਰੱਬ ਦੀ ਜੋ ਭਗਤੀ ਹੈ ਨਾ, ਉਹ ਹੈ ਰੱਬੀ ਰਜ਼ਾ ਵਿੱਚ ਤੁਰਨਾ। ਰੱਬ ਦੀ ਭਗਤੀ ਦਾ ਮਤਲਬ ਹੈ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਤਾਂ ਕਬੀਰ ਜੀ ਕਹਿੰਦੇ ਨੇ ਕਿ ਹੇ ਭਾਈ, ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਰੱਬੀ ਗੁਣਾਂ ਨੂੰ ਧਾਰਨ ਕਰਨ ਦੇ ਨਾਲ ਰੱਬ ਮਿਲਦਾ ਹੈ। ਭੋਲੇ ਭਾਏ ਮਿਲੇ ਰਘੁਰਾਇਆ। ਭੋਲੇ ਭਾਏ ਦਾ ਮਤਲਬ ਭੋਲੇ ਸੁਭਾਅ ਦੇ ਨਾਲ, ਭੋਲੇ ਭਾਅ ਦਾ ਮਤਲਬ ਨਿਸ਼ਕਪਟਤਾ ਦੇ ਨਾਲ, ਅੰਦਰੋਂ ਛਲ ਰਹਿਤ ਹੋਣਾ। ਤਾਂ ਜੋ ਰੱਬ ਹੈ ਉਹ ਛਲ ਰਹਿਤ ਹੋਣ ਦੇ ਨਾਲ ਮਿਲਦਾ ਹੈ, ਛਲ ਕਪਟ ਨਾਲ ਨਹੀਂ। ਹੁਣ ਕਈ ਭੋਲੇ ਭਾਲੇ ਬੰਦੇ ਹੁੰਦੇ ਨੇ, ਅੰਦਰੋਂ ਬਾਹਰੋਂ ਇੱਕ ਨੇ ਉਹ। ਜਿਵੇਂ ਛੋਟੇ ਛੋਟੇ ਬੱਚੇ ਨੇ ਨਾ, ਉਹ ਬੱਚੇ ਭੋਲੇ ਨੇ। ਭੋਲੇ ਦਾ ਮਤਲਬ ਬੇਵਕੂਫ ਨਹੀਂ, ਉਹ ਛਲ ਕਪਟ ਤੋਂ ਰਹਿਤ ਨੇ। ਉਹਨਾਂ ਨੂੰ ਕਹੀਏ ਨਾ, ਜਾ ਬੇਟਾ ਬਾਹਰ ਕਹਿ ਦੇ ਵੀ ਅੰਕਲ ਮੇਰੇ ਪਾਪਾ ਘਰ ਨਹੀਂ, ਤਾਂ ਉਹ ਸਿੱਧਾ ਹੀ ਜਾ ਕੇ ਕਹਿੰਦੇ ਨੇ, ਅੰਕਲ ਮੇਰੇ ਪਾਪਾ ਕਹਿੰਦੇ ਨੇ ਮੈਂ ਘਰ ਨਹੀਂ ਹਾਂ। ਯਾਨੀ ਭੋਲੇ ਭਾ ਨਾ ਛਲ ਕਪਟ ਤੋਂ ਰਹਿਤ ਨੇ। ਸਾਡੇ ਅੰਦਰ ਛਲ ਨੇ। ਅਸੀਂ ਕਈ ਢੰਗਾਂ ਦੇ ਨਾਲ ਝੂਠ ਫਰੇਬ ਬੋਲਦੇ ਆਂ, ਗੱਲ ਨੂੰ ਵਲ ਛਲ ਕੇ ਕਰਦੇ ਆਂ, ਅਗਲੇ ਨੂੰ ਨੀਵਾਂ ਦਿਖਾਉਂਦੇ ਆਂ। ਇਹੋ ਜਿਹੇ ਸੁਭਾਅ ਨਾਲ ਪ੍ਰਭੂ ਨਹੀਂ ਮਿਲਦਾ। ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਗੁਣਾਂ ਦੇ ਧਾਰਨੀ ਹੋ ਕੇ ਛਲ ਕਪਟ ਤੋਂ ਰਹਿਤ ਹੋਇਆਂ ਪ੍ਰਭੂ ਦਾ ਮਿਲਾਪ ਹੁੰਦਾ ਹੈ। ਗੌੜੀ ਕਬੀਰ ਜੀ, ਗਰਭਵਾਸ ਮਹਿ ਕੁਲ ਨਹੀਂ ਜਾਤੀ। ਇੱਥੇ ਜਾਤੀ ਦਾ ਮਤਲਬ ਹੈ ਜਾਣਨਾ। ਵੈਸੇ ਕਈ ਵੀਰਾਂ ਨੇ ਇੱਥੇ ਜਾਤੀ ਦਾ ਅਰਥ ਜਾਤ ਵੀ ਕੀਤਾ ਹੈ, ਕਿ ਗਰਭ ਦੇ ਅੰਦਰ ਪ੍ਰਾਣੀ ਦੀ ਕੋਈ ਵੰਸ਼ ਜਾਂ ਜਾਤ ਨਹੀਂ ਹੁੰਦੀ। ਪਰ ਭਾਈ ਸਾਹਿਬ ਸਿੰਘ ਜੀ ਇੱਥੇ ਅਰਥ ਕਰ ਰਹੇ ਨੇ ਜਾਤੀ ਦਾ ਮਤਲਬ ਜਾਣਨਾ। ਜਿਵੇਂ ਜਾਤਾ ਜਾਂ ਜਾਤੀ ਜਾਣਨਾ,
ਗਰਭਵਾਸ ਦਾ ਮਤਲਬ ਮਾਂ ਦੇ ਗਰਭ ਅੰਦਰ। ਮਾਂ ਦੇ ਪੇਟ ਵਿੱਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ। ਉੱਥੇ ਕੁਲ ਨਹੀਂ ਜਾਣੀ ਹੁੰਦੀ। ਹੁਣ ਕਿਸੇ ਨੂੰ ਨਹੀਂ ਨਾ ਪਤਾ ਮਾਂ ਦੇ ਗਰਭ ਵਿੱਚ ਕਿ ਮੈਂ ਬ੍ਰਾਹਮਣ, ਕਸ਼ਤਰੀ, ਸ਼ੂਦਰ, ਵੈਸ਼ ਕੌਣ ਹਾਂ, ਕਿਹੜੀ ਮੇਰੀ ਕੁਲ ਹੈ, ਕਿਹੜੀ ਮੇਰੀ ਜਾਤ ਹੈ। ਮਾਂ ਦੇ ਗਰਭ ਵਿੱਚ ਤੇ ਕਿਸੇ ਨੂੰ ਵੀ ਨਹੀਂ ਪਤਾ। ਬ੍ਰਹਮ ਬਿੰਦ ਤੇ ਸਭ ਉਤਪਾਤੀ। ਬ੍ਰਹਮ ਬਿੰਦ ਦਾ ਮਤਲਬ ਪ੍ਰਭੂ ਦੀ ਜੋ ਅੰਸ਼ ਹੈ, ਪ੍ਰਭੂ ਦੀ ਜੋ ਸੱਤਿਆ ਹੈ। ਉਤਪਾਤੀ ਦਾ ਮਤਲਬ ਉਤਪत्ति, ਹੋਂਦ, ਜਨਮ। ਸਾਰੇ ਜੀਵਾਂ ਦੀ ਉਤਪत्ति ਪ੍ਰਭੂ ਦੀ ਹੋਂਦ ਤੋਂ ਹੈ, ਪ੍ਰਭੂ ਦੀ ਅੰਸ਼ ਤੋਂ ਹੈ। ਭਾਵ ਕਿ ਸਭ ਦਾ ਮੂਲ ਕਾਰਨ ਇੱਕ ਪ੍ਰਭੂ ਆਪ ਹੈ। ਪ੍ਰਭੂ ਜੋ ਪਰਮ ਸੱਤਿਆ, ਜੋ ਸਰਬ ਵਿਆਪਕ ਹੈ, ਸਭ ਦਾ ਮੂਲ ਇੱਕੋ ਹੀ ਹੈ। ਇਸ ਲਈ ਜਾਤ ਜਾਂ ਕੁਲ, ਇਹ ਜਿਹੜੇ ਭਰਮ ਭੇਦ ਨੇ ਸਾਡੇ ਅੰਦਰ ਪਾਏ ਹੋਏ, ਇੱਕ ਵਹਿਮ ਨੇ ਕਿ ਕੋਈ ਜਾਤ ਉੱਚੀ ਹੈ ਤੇ ਕੋਈ ਜਾਤ ਨੀਵੀਂ ਹੈ, ਇਹ ਬਾਅਦ ਦੀਆਂ ਗੱਲਾਂ ਨੇ। ਰੱਬ ਨੇ ਕਿਸੇ ਦੀ ਜਾਤ ਨਹੀਂ ਬਣਾਈ, ਕੁਦਰਤ ਨੇ ਕਿਸੇ ਦੀ ਜਾਤ ਨਹੀਂ ਬਣਾਈ। ਕੁਦਰਤ ਵਿੱਚ ਸਿਰਫ ਬੰਦਾ ਪੈਦਾ ਹੋਇਆ ਹੈ। ਆ ਜਿਹੜੇ ਧਰਮਾਂ ਦੇ ਵਿਤਕਰੇ, ਜਾਤਾਂ ਦੇ ਵਿਤਕਰੇ, ਇਹ ਮੇਰ ਤੇਰ ਦੇ ਵਿਤਕਰੇ, ਇਹ ਬੰਦੇ ਦੀ ਆਪਣੀ ਉਪਜ ਹੈ। ਕੋਹਰੇ ਪੰਡਿਤ ਬਾਹਮਣ ਕਬ ਕੇ ਹੋਏ। ਇੱਥੇ ਮੰਮੇ ਦੇ ਥੱਲੇ ਥੋੜਾ ਅੱਧਾ ਹਾਹਾ ਲਾ ਕੇ ਬੁਲਾਣਾ ਹੈ, ਬਾਹਮਣ। ਬਾਮਨ ਨਹੀਂ, ਬਾਹਮਣ। ਕੋਹਰੇ ਕਿ ਦੱਸ, ਕਬ ਕੇ ਹੋਏ ਦਾ ਮਤਲਬ ਕਦੋਂ ਦੇ ਬਣ ਗਏ। ਕਿ ਹੇ ਪੰਡਿਤ, ਇਹ ਦੱਸ ਕਿ ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ, ਬ੍ਰਾਹਮਣ ਕਿਵੇਂ ਬਣ ਗਏ, ਕੋਈ ਉੱਚਾ ਔਰ ਕੋਈ ਨੀਵਾਂ ਕਿਵੇਂ ਬਣ ਗਿਆ। ਵੀ ਸਾਰੇ ਤੇ ਇੱਕੋ ਕੁਲ ਤੋਂ, ਮਾਂ ਦੇ ਗਰਭ ਵਿੱਚ ਤਾਂ ਕੋਈ ਬ੍ਰਾਹਮਣ ਨਹੀਂ, ਕੋਈ ਕਸ਼ਤਰੀ, ਸ਼ੂਦਰ, ਵੈਸ਼ ਨਹੀਂ। ਉੱਥੇ ਤਾਂ ਕਿਸੇ ਨੂੰ ਜਾਤ ਦਾ ਪਤਾ ਨਹੀਂ ਹੈ। ਤੇ ਤੁਸੀਂ ਮੈਨੂੰ ਇਹ ਦੱਸੋ ਪੰਡਤ ਜੀ, ਵਿਦਵਾਨ ਪੁਰਸ਼, ਕਿ ਤੁਸੀਂ ਬਾਹਮਣ ਕਦੋਂ ਦੇ ਬਣ ਗਏ। ਬਾਹਮਣ ਕਹਿ ਕਹਿ ਜਨਮ ਮਤ ਖੋਏ। ਕਹਿ ਕਹਿ ਦਾ ਮਤਲਬ ਆਖ ਆਖ ਕੇ ਕਿ ਮੈਂ ਉੱਚੀ ਜਾਤ ਦਾ ਹਾਂ। ਮਤ ਖੋਏ ਦਾ ਮਤਲਬ ਨਾ ਗਵਾ। ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਉੱਚੀ ਜਾਤ ਦਾ ਹਾਂ, ਕੋਈ ਦੂਜਾ ਨੀਵੀਂ ਜਾਤ ਦਾ ਹੈ, ਆਪਣਾ ਜਨਮ ਨਾ ਗਵਾਓ। ਆਪਣੇ ਜਨਮ ਨੂੰ ਵਿਅਰਥ ਨਾ ਕਰੋ ਉੱਚੀਆਂ ਨੀਵੀਆਂ ਜਾਤਾਂ ਦੇ ਵਿਤਕਰੇ ਪਾ ਕੇ। ਆਪਣੇ ਜਨਮ ਨੂੰ ਵਿਅਰਥ ਨਾ ਗਵਾਓ ਇਹਨਾਂ ਝਗੜਿਆਂ ਦੇ ਵਿੱਚ, ਇਹਨਾਂ ਵਿਵਾਦਾਂ ਦੇ ਵਿੱਚ। ਇਹ ਬ੍ਰਾਹਮਣ, ਤੇਰਾ ਜੀਵਨ ਵਿਅਰਥ ਜਾ ਰਿਹਾ ਹੈ। ਔਰ ਗੱਲ ਇਕੱਲੇ ਬ੍ਰਾਹਮਣ ਦੀ ਹੀ ਨਹੀਂ ਹੈ। ਬ੍ਰਾਹਮਣ ਨੇ ਚੀਜ਼ਾਂ ਸਿਰਜੀਆਂ ਨੇ। ਜਿਹੜੇ ਆਪਣੇ ਆਪ ਨੂੰ ਨੀਵੀਂ ਜਾਤ ਦੇ ਵੀ ਮੰਨ ਬੈਂਦੇ ਨੇ, ਉਹਨਾਂ ਦਾ ਵੀ ਵਿਅਰਥ ਹੀ ਹੈ ਜੀਵਨ। ਇਸ ਲਈ ਕੋਈ ਜਾਤ ਉੱਚੀ ਨਹੀਂ, ਕੋਈ ਜਾਤ ਨੀਵੀਂ ਨਹੀਂ, ਬੰਦਾ ਸਿਰਫ ਬੰਦਾ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਜੀ ਨੇ ਥਾਂ ਥਾਂ ਤੇ ਕਿਹਾ ਹੈ ਫੱਕੜ ਜਾਤੀ ਫੱਕੜ ਨਾਉ। ਗੁਰੂ ਜੀ ਨੇ ਥਾਂ ਥਾਂ ਤੇ ਬਚਨ ਕੀਤਾ ਹੈ, ਜਿੱਥੇ ਲੇਖਾ ਮੰਗੀ ਹੈ, ਤਿੱਥੇ ਦੇਹ ਜਾਤ ਨਾ ਜਾਏ। ਤਾਂ ਇਹ ਜਾਤਾਂ ਦੇ ਵਿਤਕਰੇ ਪਾ ਕੇ ਆਪਣਾ ਜੀਵਨ ਵਿਅਰਥ ਨਾ ਗਵਾਓ। ਰਹਾਓ ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ। ਹੁਣ ਬ੍ਰਾਹਮਣ ਅੱਗੇ ਇੱਕ ਸਵਾਲ ਕਰ ਰਹੇ ਨੇ ਭਗਤ ਕਬੀਰ ਜੀ ਕਿ ਇਹ ਪੰਡਿਤ ਜੀ, ਮੰਨ ਲਓ ਕਿ ਜੇ ਤੂੰ ਪੰਡਿਤ ਸੱਚਮੁੱਚ ਬ੍ਰਾਹਮਣ ਹੈ ਔਰ ਤੈਨੂੰ ਬ੍ਰਾਹਮਣੀ ਦੇ ਪੇਟ ਤੋਂ ਹੀ ਜਨਮ ਮਿਲਿਆ ਹੈ, ਤੂੰ ਬ੍ਰਾਹਮਣ ਹੈ, ਬ੍ਰਾਹਮਣੀ ਦੇ ਪੇਟ ਤੋਂ ਹੀ ਤੈਨੂੰ ਜਨਮ ਮਿਲਿਆ ਹੈ, ਔਰ ਤੂੰ ਉੱਚੀ ਜਾਤ ਦਾ ਹੈ, ਜੇ ਮੰਨ ਲਿਆ ਜਾਏ ਤਾਂ ਕਬੀਰ ਜੀ ਕਹਿੰਦੇ ਨੇ ਤੋ ਆਨ ਬਾਟ ਕਾਹੇ ਨਹੀਂ ਆਇਆ। ਤੋ ਦਾ ਮਤਲਬ ਤਾਂ, ਆਨ ਬਾਟ ਦਾ ਮਤਲਬ ਕਿਸੇ ਹੋਰ ਰਾਹ, ਕਿਸੇ ਹੋਰ ਤਰੀਕੇ ਨਾਲ। ਕਾਹੇ ਦਾ ਮਤਲਬ ਕਿਉਂ, ਆਇਆ ਦਾ ਮਤਲਬ ਜੰਮ ਪਿਆ। ਤਾਂ ਫਿਰ ਤੂੰ ਕਿਸੇ ਹੋਰ ਢੰਗ ਦੇ ਨਾਲ ਜਨਮ ਕਿਉਂ ਨਹੀਂ ਲਿਆ। ਜੇ ਤੂੰ ਬ੍ਰਾਹਮਣ ਹੈ, ਤੈਨੂੰ ਬ੍ਰਾਹਮਣੀ ਨੇ ਜਨਮ ਦਿੱਤਾ ਹੈ, ਤੂੰ ਆਪਣੇ ਆਪ ਨੂੰ ਉੱਚੀ ਜਾਤ ਦਾ ਸਮਝਦਾ ਹੈ, ਤਾਂ ਫਿਰ ਉਸੇ ਸਿਸਟਮ ਦੇ ਅੰਦਰ, ਉਸੇ ਕੁਦਰਤ ਦੇ ਨਿਯਮ ਅੰਦਰ ਹੀ ਤੂੰ ਜਨਮ ਕਿਉਂ ਲਿਆ। ਜੇ ਤੂੰ ਉੱਚੀ ਜਾਤ ਦਾ ਹੈ ਤਾਂ ਕਿਸੇ ਹੋਰ ਢੰਗ ਨਾਲ ਜਨਮ ਲੈਣਾ ਸੀ। ਇਸ ਤਰ੍ਹਾਂ ਤੇ ਸਾਰੇ ਜਨਮ ਲੈ ਰਹੇ ਨੇ, ਫਿਰ ਉੱਚੀ ਜਾਤ ਦਾ ਕਿਵੇਂ ਹੋ ਗਿਆ। ਅੱਗੇ ਕਹਿੰਦੇ ਨੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਕਤ ਦਾ ਮਤਲਬ ਕਿਵੇਂ, ਸੂਦ ਦਾ ਮਤਲਬ ਸ਼ੂਦਰ। ਹੇ ਪੰਡਿਤ, ਮੈਨੂੰ ਇਹ ਦੱਸੋ ਕਿ ਤੁਸੀਂ ਕਿਵੇਂ ਬ੍ਰਾਹਮਣ ਬਣ ਗਏ ਔਰ ਅਸੀਂ ਕਿਵੇਂ ਸ਼ੂਦਰ ਰਹਿ ਗਏ। ਕਬੀਰ ਜੀ ਸਵਾਲ ਪੁੱਛ ਰਹੇ ਨੇ ਕਿ ਤੁਸੀਂ ਕਿਵੇਂ ਬ੍ਰਾਹਮਣ ਹੋ ਗਏ ਤੇ ਅਸੀਂ ਕਿਵੇਂ ਸ਼ੂਦਰ ਰਹਿ ਗਏ। ਹਮ ਕਤ ਲੋਹੂ ਤੁਮ ਕਤ ਦੂਧ।
ਸਾਡੇ ਸਰੀਰ ਵਿੱਚ ਸਾਡੇ ਸਰੀਰ ਵਿੱਚ ਕਿਵੇਂ ਨਿਰਾ ਲਹੂ ਹੈ, ਤੇ ਤੁਹਾਡੇ ਸਰੀਰ ਵਿੱਚ ਕਿਹੜਾ ਲਹੂ ਦੀ ਥਾਂ ਦੁੱਧ ਹੈ। ਮੇਰੀਆਂ ਨਾੜੀਆਂ ਵਿੱਚ ਖੂਨ ਗਰਦਸ਼ ਕਰ ਰਿਹਾ ਹੈ, ਤੇਰੀਆਂ ਨਾੜੀਆਂ ਵਿੱਚ ਵੀ ਖੂਨ ਹੈ। ਜੇ ਤੇਰੀਆਂ ਨਾੜੀਆਂ ਵਿੱਚ ਦੁੱਧ ਹੁੰਦਾ ਤੇ ਮੈਂ ਸਮਝ ਜਾਂਦਾ ਵੀ ਤੂੰ ਉੱਚੀ ਜਾਤ ਦਾ ਹੈ। ਪੰਜਾਂ ਤੱਤਾਂ ਤੋਂ ਤੂੰ ਬਣਿਆ ਹੈ, ਪੰਜਾਂ ਤੱਤਾਂ ਤੋਂ ਮੈਂ ਬਣਿਆ। ਉਹੀ ਹੀ ਸੂਰਜ ਚੰਦਰਮਾ ਧਰਤੀ ਤੇ ਤੂੰ ਜੀ ਰਿਹਾ ਹੈ, ਉਸੇ ਸਿਸਟਮ ਵਿੱਚ ਮੈਂ ਜੀ ਰਿਹਾ, ਉਸੇ ਸਿਸਟਮ ਰਾਹੀਂ ਤੂੰ ਪੈਦਾ ਹੋਇਆ ਹੈ, ਉਸੇ ਸਿਸਟਮ ਰਾਹੀਂ ਮੈਂ ਪੈਦਾ ਹੋਇਆ। ਇੱਕੋ ਸਿਸਟਮ ਦੇ ਅੰਦਰ ਸਾਡੀ ਪਾਲਣਾ ਹੋ ਰਹੀ ਹੈ, ਤਾਂ ਫਿਰ ਤੂੰ ਉੱਚਾ ਕਿਵੇਂ ਤੇ ਮੈਂ ਨੀਵਾਂ ਕਿਵੇਂ। ਇਸ ਲਈ ਹੁਣ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਜੋ ਬ੍ਰਹਮ ਵਿਚਾਰੈ। ਬ੍ਰਹਮ ਦਾ ਮਤਲਬ ਪ੍ਰਭੂ ਨੂੰ, ਵਿਚਾਰੇ ਦਾ ਮਤਲਬ ਵਿਚਾਰਦਾ ਹੈ, ਆਪਣੇ ਵਿਚਾਰ ਮੰਡਲ ਵਿੱਚ ਵਸਾਉਂਦਾ ਹੈ। ਕਬੀਰ ਜੀ ਕਹਿੰਦੇ ਨੇ ਕਿ ਹੇ ਭਾਈ, ਜੋ ਪ੍ਰਭੂ ਨੂੰ, ਰੱਬੀ ਗੁਣਾਂ ਨੂੰ ਵਿਚਾਰਦਾ ਹੈ, ਆਪਣੇ ਵਿਚਾਰ ਮੰਡਲ ਵਿੱਚ ਵਸਾਉਂਦਾ ਹੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਅਸੀਂ ਤਾਂ ਉਹਨੂੰ ਬ੍ਰਾਹਮਣ ਕਹਿੰਦੇ ਹਾਂ। ਮੇਰੇ ਘਰ ਵਿੱਚ, ਸਾਡੀ ਵਿਚਾਰ ਵਿੱਚ ਉਹ ਬ੍ਰਾਹਮਣ ਹੈ, ਉਹ ਉੱਚਾ ਹੈ ਜੋ ਰੱਬੀ ਗੁਣਾਂ ਨੂੰ ਵਿਚਾਰਦਾ ਹੈ, ਜੋ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਜੋ ਸਾਰਿਆਂ ਦੇ ਅੰਦਰ ਇੱਕ ਦਾ ਨੂਰ, ਇੱਕ ਦਾ ਜ਼ਹੂਰ, ਇੱਕ ਦਾ ਜਲਵਾ, ਇੱਕ ਦਾ ਰੂਪ ਵੇਖਦਾ ਹੈ, ਜੋ ਸਾਰਿਆਂ ਦੇ ਅੰਦਰ ਇੱਕ ਨੂੰ ਵੇਖ ਕੇ ਪਿਆਰ ਕਰਦਾ ਹੈ। ਸਾਡੇ ਮਤ ਵਿੱਚ ਉਹ ਬ੍ਰਾਹਮਣ ਯਾਨੀ ਉਹ ਬੰਦਾ ਉੱਚਾ ਔਰ ਮਹਾਨ ਹੈ। ਗੌੜੀ ਕਬੀਰ ਜੀ, ਅੰਧਕਾਰ ਸੁਖ ਕਭੈ ਨਾ ਸੋਈ ਹੈ। ਅੰਧਕਾਰ ਦਾ ਮਤਲਬ ਅਗਿਆਨਤਾ ਦਾ ਹਨੇਰਾ। ਰੱਬ ਨੂੰ ਭੁਲਾ ਦਈਏ ਨਾ, ਰੱਬੀ ਗੁਣਾਂ ਨੂੰ ਭੁਲਾ ਦਈਏ, ਤਾਂ ਫਿਰ ਅੰਦਰ ਕਾਮ ਕ੍ਰੋਧ ਲੋਭ ਮੋਹ ਦਾ ਕੁੱਪ ਹਨੇਰਾ ਵਸ ਜਾਂਦਾ ਹੈ। ਸੁਖ ਦਾ ਮਤਲਬ ਸੁਖ ਵਿੱਚ, ਕਭੈ ਦਾ ਮਤਲਬ ਕਦੇ ਵੀ, ਸੋਈ ਹੈ ਦਾ ਮਤਲਬ ਸਮੀ ਦਾ ਜਾਂ ਸੌ ਸੱਕੀ ਦਾ। ਤਾਂ ਅਗਿਆਨਤਾ ਦੇ ਕੁੱਪ ਹਨੇਰੇ ਵਿੱਚ ਕਦੇ ਵੀ ਸੁਖ ਹੀ ਨਹੀਂ ਸੌ ਸਕੀ ਦਾ। ਅਗਿਆਨਤਾ ਦੇ ਹਨੇਰੇ ਵਿੱਚ ਰੱਬੀ ਗੁਣਾਂ ਨੂੰ ਭੁਲਾ ਕੇ ਕੋਈ ਵੀ ਬੰਦਾ ਸੁਖ ਦੇ ਨਾਲ ਨਹੀਂ ਸੌ ਸਕਦਾ। ਰਾਜਾ ਰੰਕ ਦੋ ਮਿਲ ਰੋਈ ਹੈ। ਰੰਕ ਦਾ ਮਤਲਬ ਕੰਗਾਲ, ਦੋ ਦਾ ਮਤਲਬ ਦੋਵੇਂ, ਰੋਈ ਹੈ ਦਾ ਮਤਲਬ ਰੋਂਦੇ ਨੇ। ਭਾਵੇਂ ਕੋਈ ਰਾਜਾ ਹੋਵੇ, ਬਾਦਸ਼ਾਹ ਹੋਵੇ, ਜਾਂ ਕੋਈ ਕੰਗਾਲ ਹੋਵੇ, ਅਗਿਆਨਤਾਵਸ਼ ਰੱਬੀ ਗੁਣਾਂ ਨੂੰ ਭੁਲਾ ਕੇ ਦੋਵੇਂ ਹੀ ਰੋਂਦੇ ਨੇ, ਦੋਵੇਂ ਹੀ ਦੁਖੀ ਨੇ। ਕਿਉਂਕਿ ਸੁੱਖ ਇਸ ਦੁਨੀਆ ਦੇ ਵਿੱਚ ਹੈ ਗੁਨਾਹ ਕਰਕੇ, ਰੱਬੀ ਰਜ਼ਾ ਵਿੱਚ ਤੁਰਨ ਕਰਕੇ। ਤੇ ਜੇ ਕੋਈ ਬੰਦਾ ਗੁਣਾਂ ਦਾ ਧਾਰਨੀ ਨਹੀਂ ਹੈ, ਉਹ ਚਾਹੇ ਰਾਜਾ ਹੈ ਜਾਂ ਕੰਗਾਲ ਹੈ, ਉਹ ਦੋਵੇਂ ਹੀ ਰੋਣਗੇ। ਅਗਿਆਨਤਾ ਵਿੱਚ ਦੋਵੇਂ ਹੀ ਰੋ ਰਹੇ ਨੇ, ਅਮੀਰ ਵੀ ਔਰ ਗਰੀਬ ਵੀ। ਜੋ ਪੈ ਰਸਨਾ RAM ਨਾ ਕਹਿਬੋ। ਜੋ ਪੈ ਦਾ ਮਤਲਬ ਜੇਕਰ, ਜਦੋਂ ਤਾਈਂ। ਕਹਿਬੋ ਦਾ ਮਤਲਬ ਕਹਿੰਦੇ ਨੇ। ਜਦ ਤੱਕ ਅਸੀਂ ਜੀਭ ਨਾਲ ਪ੍ਰਭੂ ਦੀ ਸਿਫਤ ਸਲਾਹ ਨਹੀਂ ਕਰਦੇ। RAM ਨਾ ਕਹਿਬੋ ਦਾ ਮਤਲਬ ਸਰਬ ਵਿਆਪਕ ਰੱਬ ਦੇ ਗੁਣਾਂ ਨੂੰ ਕਹਿਣਾ, ਸੱਚ ਬੋਲਣਾ, ਦਇਆ ਦੀ ਗੱਲ ਕਰਨੀ, ਪਿਆਰ ਦੀ ਗੱਲ ਕਰਨੀ, ਨਿਰਭੈਤਾ ਨਿਰਵੈਰਤਾ ਦੀ ਗੱਲ ਕਰਨੀ, ਸ਼ੁਭ ਗੁਣਾਂ ਵਾਲੇ ਮਿੱਠੇ ਪਿਆਰੇ ਸਕਾਰਾਤਮਕ ਬੋਲ ਬੋਲਣੇ। ਤਾਂ ਜਦੋਂ ਤੱਕ ਕੋਈ ਬੰਦਾ ਜ਼ਬਾਨ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਨਹੀਂ ਕਰਦਾ, ਉਪਜਤ ਬਿਨਸਤ ਰੋਵਤ ਰਹਿਬੋ ਰਹਾਓ। ਉਪਜਤ ਬਿਨਸਤ ਦਾ ਮਤਲਬ ਕਦੇ ਖੁਸ਼ੀ ਔਰ ਕਦੇ ਦੁਖੀ, ਕਦੇ ਜੰਮ ਪਿਆ ਤੇ ਕਦੇ ਮਰ ਗਿਆ, ਕਦੇ ਉੱਚਾ ਔਰ ਕਦੇ ਨੀਵਾਂ, ਕਦੇ ਇਨਫੀਰੀਓਰਿਟੀ ਕੰਪਲੈਕਸ ਤੇ ਕਦੇ ਸੁਪਰੀਓਰਿਟੀ ਕੰਪਲੈਕਸ। ਉਪਜਤ ਬਿਨਸਤ ਯਾਨੀ ਉਦੋਂ ਤੱਕ ਬੰਦਾ ਪਸ਼ੂ ਜੂਨੀਆਂ ਦੇ ਵਿੱਚ ਪਿਆ ਰਹਿੰਦਾ ਹੈ, ਉਦੋਂ ਤੱਕ ਉਹਦੇ ਅੰਦਰ ਪਸ਼ੂ ਬਿਰਤੀਆਂ ਬਣੀਆਂ ਰਹਿੰਦੀਆਂ ਨੇ, ਉਦੋਂ ਤੱਕ ਬੰਦਾ ਕਦੇ ਸੁੱਖ ਔਰ ਕਦੇ ਦੁੱਖ ਦੇ ਵਿੱਚ ਪਿਆ ਰਹਿੰਦਾ ਹੈ। ਰਹਾਓ, ਜਸ ਦੇਖੀਏ ਤਰਵਰ ਕੀ ਛਾਇਆ। ਤਰਵਰ ਦਾ ਮਤਲਬ ਸੋਹਣਾ ਰੁੱਖ, ਦੇਖੀਏ ਦਾ ਮਤਲਬ ਵੇਖੀ ਦੀ ਹੈ। ਜਿਵੇਂ ਰੁੱਖ ਦੀ ਛਾਂ ਵੇਖੀ ਦੀ ਹੈ, ਸਵੇਰੇ ਪਰਛਾਵਾਂ ਹੋਰ ਪਾਸੇ ਹੈ, ਥੋੜੀ ਦੇਰ ਬਾਅਦ ਹੋਰ ਪਾਸੇ, ਦੁਪਹਿਰ ਨੂੰ ਹੋਰ ਪਾਸੇ, ਸ਼ਾਮ ਨੂੰ ਹੋਰ ਪਾਸੇ। ਰੁੱਖ ਦੀ ਛਾਂ ਇੱਕ ਥਾਂ ਤੇ ਟਿਕਦੀ ਨਹੀਂ ਹੈ। ਜਿਵੇਂ ਰੁੱਖ ਦੀ ਛਾਂ ਵੇਖੀ ਦੀ ਹੈ, ਤਾਂ ਗੁਰੂ ਜੀ ਕਹਿੰਦੇ ਨੇ, ਪ੍ਰਾਨ ਗਏ ਕਹੋ ਕਾਂਕੀ ਮਾਇਆ। ਇਸੇ ਤਰ੍ਹਾਂ ਇਹ ਮਾਇਆ ਹੈ, ਇਹ ਧਨ ਦੌਲਤ ਵਗੈਰਾ ਹੈ, ਇਹ ਟਿਕਦੀ ਨਹੀਂ। ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਨੇ, ਤਾਂ ਦੱਸੋ ਇਹ ਮਾਇਆ ਫਿਰ ਕਿਹਦੀ ਹੁੰਦੀ ਹੈ।
ਪ੍ਰੋਪਰਟੀ ਕਿਹਦੀ ਹੁੰਦੀ ਹੈ? ਕਦੇ ਕਿਸੇ ਦੇ ਨਾਲ ਪ੍ਰੋਪਰਟੀ ਗਈ ਹੈ? ਜਿਵੇਂ ਰੁੱਖ ਦੀ ਛਾਂ ਕਦੇ ਇੱਧਰ ਕਦੇ ਉੱਧਰ, ਇਸੇ ਤਰ੍ਹਾਂ ਜਿਹੜੀ ਪ੍ਰੋਪਰਟੀ ਸਾਡੇ ਦਾਦੇ ਦੀ ਸੀ, ਦਾਦੇ ਦੇ ਮਰਨ ਤੋਂ ਬਾਅਦ ਸਾਡੇ ਪਿਓ ਦੀ ਹੋ ਗਈ, ਪਿਓ ਤੋਂ ਮਰਨ ਤੋਂ ਬਾਅਦ ਸਾਡੇ ਕਬਜ਼ੇ ਆ ਗਈ, ਸਾਡੇ ਤੋਂ ਬਾਅਦ ਸਾਡੇ ਬੱਚੇ ਅੱਗੋਂ ਅੱਗੇ ਕਿਸੇ ਕੋਲ ਚਲੀ ਜਾਣੀ। ਤਾਂ ਫਿਰ ਇਹਨਾਂ ਚੀਜ਼ਾਂ ਵਾਸਤੇ ਠੱਗੀਆਂ ਠੋਰੀਆਂ ਕਿਉਂ? ਇਹਨਾਂ ਚੀਜ਼ਾਂ ਵਾਸਤੇ ਇੱਕ ਦੂਜੇ ਦੇ ਨਾਲ ਵੈਰ ਵਿਰੋਧ ਕਿਉਂ? ਗੱਲ ਤਾਂ ਇਹ ਹੈ ਕਿ ਰੱਬੀ ਗੁਣਾਂ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਜੀਵੀ ਜਾਏ। ਇਹ ਮਾਇਆ ਵਗੈਰਾ ਸਦਾ ਥਿਰ ਨਹੀਂ ਹੈ, ਸਦਾ ਥਿਰ ਰੱਬੀ ਗੁਣ ਨੇ, ਸਦਾ ਥਿਰ ਰੱਬੀ ਗੁਣਾਂ ਤੋਂ ਉਪਜੇ ਹੋਏ ਸੁੱਖ ਨੇ। ਜਿਵੇਂ ਮਾਇਆ ਰੁੱਖ ਦੀ ਛਾਂ ਥਿਰ ਨਹੀਂ, ਇਵੇਂ ਮਾਇਆ ਥਿਰ ਨਹੀਂ। ਤੇ ਜਿਹੜੀ ਚੀਜ਼ ਥਿਰ ਨਹੀਂ ਹੈ, ਉਹਦੇ ਰਾਹੀਂ ਪੈਦਾ ਹੋਇਆ ਸੁੱਖ ਵੀ ਸदैव ਨਹੀਂ ਹੋਏਗਾ। ਰੱਬੀ ਗੁਣਾਂ ਰਾਹੀਂ ਪੈਦਾ ਹੋਇਆ ਜਿਹੜਾ ਸੁੱਖ ਹੈ ਉਹ ਸदैवी। ਜਸ ਜੰਤੀ ਮਹਿ ਜੀਉ ਸਮਾਨਾ। ਜਸ ਦਾ ਮਤਲਬ ਜਿਵੇਂ, ਜੰਤੀ ਦਾ ਮਤਲਬ ਸਾਜ, ਜੀਓ ਦਾ ਮਤਲਬ ਜਿੰਦ, ਰਾਗ ਦੀ ਜਿੰਦ, ਆਵਾਜ਼। ਜਿਵੇਂ ਜਦੋਂ ਗਵਈਆ ਆਪਣਾ ਹੱਥ ਸਾਜ ਤੋਂ ਹਟਾ ਲੈਂਦਾ ਹੈ ਤਾਂ ਰਾਗ ਦੀ ਜਿਹੜੀ ਆਵਾਜ਼ ਹੈ ਉਹ ਸਾਜ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ। ਕੋਈ ਇਹ ਨਹੀਂ ਦੱਸ ਸਕਦਾ ਕਿ ਉਹ ਆਵਾਜ਼ ਕਿੱਥੇ ਗਈ। ਕੋਈ ਬੰਦਾ ਸਰੰਗੀ ਵਜਾ ਰਿਹਾ ਨਾ ਤੇ ਆਵਾਜ਼ ਪ੍ਰਗਟ ਹੋ ਰਹੀ ਹੈ, ਤੇ ਜੇ ਉਹ ਸਰੰਗੀ ਵਜਾਉਣ ਵਾਲਾ ਵੀਰ ਗੱਜ ਮਾਰਨਾ ਛੱਡ ਦੇਵੇ, ਆਵਾਜ਼ ਖਤਮ। ਉਹ ਆਵਾਜ਼ ਕਿੱਥੇ ਗਈ? ਕੋਈ ਹਾਰਮੋਨੀਅਮ ਵਜਾ ਰਿਹਾ ਹੈ, ਉਹਨੇ ਹਾਰਮੋਨੀਅਮ ਤੋਂ ਆਪਣਾ ਹੱਥ ਚੁੱਕ ਲਿਆ ਤੇ ਆਵਾਜ਼ ਕਿੱਥੇ ਗਈ? ਕੋਈ ਤੂੰਬੀ ਵਜਾ ਰਿਹਾ ਹੈ ਜਾਂ ਕੋਈ ਤਾਰ ਦਾ ਸਾਜ਼ ਵਜਾ ਰਿਹਾ ਤਾਂ ਆਵਾਜ਼ ਕਿੱਥੇ ਗਈ? ਉਹਦੇ ਵਿੱਚ ਹੀ ਸਮਾ ਜਾਂਦੀ ਹੈ, ਉਹਦੇ ਵਿੱਚੋਂ ਹੀ ਪੈਦਾ ਹੋਈ ਵਿੱਚ ਹੀ ਸਮਾ ਗਈ। ਮੂਏ ਮਰਮ ਕੋ ਕਾ ਕਰ ਜਾਨਾ। ਮੂਏ ਮਰਮ ਦਾ ਮਤਲਬ ਮਰ ਗਏ ਪ੍ਰਾਣੀ ਦਾ ਭੇਦ, ਕੋ ਦਾ ਮਤਲਬ ਕੋਈ ਮਨੁੱਖ, ਕਾਕਰ ਦਾ ਮਤਲਬ ਕਿਵੇਂ। ਤਿਵੇਂ ਮਰੇ ਹੋਏ ਮਨੁੱਖ ਦਾ ਭੇਦ ਕੋਈ ਕਿਵੇਂ ਪਾ ਸਕਦਾ ਹੈ? ਕਿ ਜਿਹੜੀ ਉਹ ਜਿੰਦ ਸੀ, ਜਾਨ ਸੀ, ਕਿੱਧਰ ਗਈ? ਕਿਤੇ ਨਹੀਂ ਗਈ। ਉਹ ਸਿਸਟਮ ਜਿਹੜਾ ਸੀ ਵਿੱਚੇ ਹੀ ਬੰਦ ਹੋ ਗਿਆ। ਜਿਵੇਂ ਸਾਜ਼ ਨੂੰ ਹਿਲਾਇਆ ਜਾ ਰਿਹਾ ਸੀ ਤੇ ਆਵਾਜ਼ ਪੈਦਾ ਹੋ ਰਹੀ ਸੀ ਨਾ, ਇਸੇ ਤਰ੍ਹਾਂ ਅੰਦਰ ਦੇ ਜਿਹੜੇ ਆਰਗਨਸ ਨੇ ਉਹ ਚੱਲ ਰਹੇ ਸਨ ਤੇ ਬੰਦਾ ਚੱਲ ਰਿਹਾ ਸੀ। ਉਹ ਹਿਲਣੋਂ ਬੰਦ ਹੋ ਗਏ, ਕੰਮ ਕਰਨੋਂ ਬੰਦ ਹੋ ਗਏ ਤੇ ਕੰਮ ਖਤਮ ਹੋ ਗਿਆ। ਤਾਂ ਕਹਿਣ ਦਾ ਮਤਲਬ ਕਿ ਜਦੋਂ ਬੰਦਾ ਮਰ ਜਾਂਦਾ, ਇਹ ਹੀ ਹਾਲ ਬੰਦੇ ਦਾ ਹੈ। ਜਿਵੇਂ ਸਾਜ਼ ਦੇ ਉੱਤੇ ਹੱਥ ਚੱਲ ਰਹੇ ਨੇ ਤੇ ਸਾਜ਼ ਵੱਜ ਰਿਹਾ ਹੈ, ਇਸੇ ਤਰ੍ਹਾਂ ਸਾਡੇ ਸਵਾਸ ਪ੍ਰਾਣ ਚੱਲ ਰਹੇ ਨੇ ਤੇ ਬੰਦਾ ਜਿੰਦਾ ਹੈ, ਸਵਾਸ ਬੰਦ ਤੇ ਬੰਦਾ ਖਤਮ। ਇੰਨੀ ਕੀ ਗੱਲ ਹੈ ਨਾ। ਤੇ ਕਦੋਂ ਕਿਹਦਾ ਜੀਵਨ ਮੁੱਕ ਜਾਏ, ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਕੋਈ ਪਤਾ ਨਹੀਂ ਕਦੋਂ ਜ਼ਿੰਦਗੀ ਕਿਸੇ ਦੀ ਕਿੱਥੇ ਖਤਮ ਹੋ ਜਾਏ। ਇਸ ਲਈ ਸਿਆਣਿਆਂ ਨੇ ਕਿਹਾ ਹੈ ਕਿ ਹਮੇਸ਼ਾ ਆਪਣੇ ਵਿਹਾਰ ਨੂੰ ਚੰਗਾ ਰੱਖੋ, ਹਮੇਸ਼ਾ ਆਪਣੇ ਬੋਲਾਂ ਵਿੱਚ ਸਕਾਰਾਤਮਕਤਾ, ਮਿਠਾਸ ਔਰ ਪਿਆਰ ਰੱਖੋ, ਕਿਉਂਕਿ ਮੌਤ ਕਿਸੇ ਨੂੰ ਕਿਸੇ ਤੋਂ ਮੁਆਫੀ ਮੰਗਣ ਦਾ ਸਮਾਂ ਨਹੀਂ ਦਿੰਦੀ। ਹਮੇਸ਼ਾ ਮਿੱਠੇ ਔਰ ਪਿਆਰੇ ਬੋਲ ਬੋਲੋ, ਕੀ ਪਤਾ ਤੁਹਾਡੇ ਅਖੀਰਲੇ ਬੋਲ ਹੋਣ। ਇਸ ਲਈ ਸਾਜ਼ ਜਿਹੜਾ ਹੈ ਵੱਜਦਾ ਹੀ ਚੰਗਾ ਲੱਗਦਾ ਹੈ, ਤੇ ਮਨੁੱਖ ਜਿਹੜਾ ਹੈ ਚੰਗਾ ਵਿਹਾਰ ਕਰਦਾ ਹੀ ਚੰਗਾ ਲੱਗਦਾ ਹੈ, ਕਦੋਂ ਕਿਸੇ ਦਾ ਜੀਵਨ ਖਤਮ ਹੋ ਜਾਏ। ਹੰਸਾ ਸਰਵਰ ਕਾਲ ਸ਼ਰੀਰ। ਸਰਵਰ ਦਾ ਮਤਲਬ ਸਰੋਵਰ, ਕਾਲ ਦਾ ਮਤਲਬ ਮੌਤ। ਜਿਵੇਂ ਹੰਸਾਂ ਨੂੰ ਸਰੋਵਰ ਹੈ, ਭਾਵ ਜਿਵੇਂ ਹੰਸ ਸਰੋਵਰ ਦੇ ਨੇੜੇ ਨੇੜੇ ਰਹਿੰਦੇ ਨੇ, ਕਾਲ ਸ਼ਰੀਰ ਦਾ ਮਤਲਬ ਇਸੇ ਤਰ੍ਹਾਂ ਮੌਤ ਵੀ ਸ਼ਰੀਰ ਦੇ ਨੇੜੇ ਹੀ ਰਹਿੰਦੀ ਹੈ। ਮੌਤ ਕੋਈ ਬਹੁਤੀ ਦੂਰ ਨਹੀਂ ਹੈ। ਮੌਤ ਨੇ ਕੋਈ 10 20 50 ਹਜ਼ਾਰ ਕਿਲੋਮੀਟਰ ਦੂਰ ਤੋਂ ਉੱਤੋਂ ਉੱਡ ਕੇ ਨਹੀਂ ਆਉਣਾ ਵੀ ਉੱਤੋਂ ਕਿਤੋਂ ਕਾਲ ਨੇ ਆਉਣਾ ਤੇ ਉਹਨੂੰ ਦੇਰ ਲੱਗ ਜਾਣੀ ਹੈ। ਨਾਲ ਹੀ ਮੌਤ ਹੈ। ਕੀ ਪਤਾ ਹੁਣ ਮੈਂ ਕਲਾਸ ਲਗਾ ਰਿਹਾ ਤੇ ਹਰ ਅਟੈਕ ਹੋ ਜਾਏ ਤੇ ਇੱਥੇ ਹੀ ਸਮਾਪਤੀ, ਕਿਤੇ ਐਕਸੀਡੈਂਟ ਹੋ ਜਾਏ, ਕਿਤੇ ਹੋਰ ਕੋਈ ਘਟਨਾ ਘਟ ਜਾਏ, ਮੌਤ ਨਾਲ ਨਾਲ ਹੀ ਤੇ ਹੈ। ਕਾਲ ਬਿਆਲ ਜਿਉ ਪਰਿਓ ਡੋਲੇ, ਮੁਖ ਪਸਾਰੇ ਮੀਤ। ਰਾਮ ਰਸਾਇਣ ਪੀਓ ਰੇ ਕਬੀਰ। ਰਸਾਇਣ ਦਾ ਮਤਲਬ ਰਸਾਂ ਦਾ ਘਰ, ਰਸਾਂ ਦਾ ਘਰ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਹੇ ਭਾਈ, ਰਾਮ ਰਸਾਇਣ, ਰਾਮ ਦਾ ਮਤਲਬ ਜੋ ਰਮਿਆ ਹੋਇਆ ਪ੍ਰਭੂ ਹੈ, ਰਸਾਇਣ ਦਾ ਮਤਲਬ ਰਸਾਂ ਦਾ ਘਰ, ਸਾਰੇ ਸੁੱਖਾਂ ਦਾ ਸਾਰ। ਜੋ ਸਾਰੇ ਸੁੱਖਾਂ ਦਾ ਸਾਰ ਪ੍ਰਭੂ ਦੀ ਸਿਫਤ ਸਲਾਹ ਹੈ, ਉਸ ਸਾਰ ਰਸ ਨੂੰ ਪੀ, ਉਸ ਸਾਰ ਰਸ ਦਾ ਆਨੰਦ ਮਾਣ।
ਉਸ ਸਾਰ ਰਸ ਦਾ ਜਿਹੜਾ ਆਨੰਦ ਹੈ ਉਹ ਹਮੇਸ਼ਾ ਹਮੇਸ਼ਾ ਮਾਣਦਾ ਰਹੋ। ਉਹ ਸਾਰ ਰਸ ਨੂੰ ਪੀ ਜਿਹੜਾ ਕਿ ਤੇਰੇ ਲਾਭ ਦੇ ਵਿੱਚ ਹੈ, ਜਿਸ ਕਰਕੇ ਇਹ ਤੇਰਾ ਜੀਵਨ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਤਾਂ ਇਸ ਜਗਤ ਦੇ ਅੰਦਰ ਰਹਿੰਦਿਆਂ ਹੋਇਆਂ ਕਿੰਨਾ ਬੰਦਾ ਅਹੰਕਾਰ ਕਰਦਾ ਹੈ ਨਿੱਕੀਆਂ ਨਿੱਕੀਆਂ ਗੱਲਾਂ ਦਾ। ਉਸ ਅਹੰਕਾਰ ਦੇ ਅੰਦਰ ਬੰਦਾ ਫਸਿਆ ਰਹਿੰਦਾ ਹੈ ਔਰ ਮੇਰ ਤੇਰ ਦੇ ਵਿਤਕਰਿਆਂ ਕਰਕੇ ਆਪਣੇ ਜੀਵਨ ਨੂੰ ਬਰਬਾਦ ਕਰਦਾ ਰਹਿੰਦਾ ਹੈ। ਇਸ ਲਈ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਜੀਵਨ ਦਾ ਕੋਈ ਪਤਾ ਨਹੀਂ ਹੈ, ਕਦੋਂ ਕਿਸੇ ਦੇ ਜੀਵਨ ਦਾ ਅੰਤ ਆ ਜਾਏ। ਇਸ ਲਈ ਹਰ ਪਲ ਨੂੰ ਚੰਗੀ ਤਰ੍ਹਾਂ ਜੀਵੋ, ਹਰ ਪਲ ਨੂੰ ਪੋਜ਼ਿਟਿਵ ਰਹਿ ਕੇ ਜੀਵੋ, ਹਰ ਪਲ ਦੇ ਅੰਦਰ ਰੱਬੀ ਗੁਣਾਂ ਦਾ ਆਨੰਦ ਮਾਣੋ, ਆਤਮਿਕ ਜ਼ਿੰਦਗੀ ਜੀਵੋ ਔਰ ਆਪਣੇ ਜੀਵਨ ਨੂੰ ਅੰਮ੍ਰਿਤਮਈ ਬਣਾਓ।